ਰਵਿਦਾਸੀਆ TV ਵੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ। ਅੱਜ ਦਾਸ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਾਨਵੀ ਫਲਸਫੇ ਦੇ ਸੰਬੰਧੀ ਜੋ ਸਤਿਗੁਰਾਂ ਦੀ ਵਿਚਾਰਧਾਰਾ ਹੈ, ਜੋ ਮਨੁੱਖੀ ਬਰਾਬਰੀ ਦੀ ਸਤਿਗੁਰਾਂ ਦੀ ਵਿਚਾਰਧਾਰਾ ਹੈ, ਉਸ ਸੰਬੰਧੀ ਕੁਝ ਕੁ ਵਿਚਾਰਾਂ ਦੀ ਸਾਂਝ ਆਪ ਸੰਗਤਾਂ ਨਾਲ ਪਾਉਣ ਜਾ ਰਿਹਾ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਇਸ ਸੰਸਾਰ ਦੇ ਵਿੱਚ ਆਉਣਾ, ਉਹਨਾਂ ਦਾ ਸੰਸਾਰ ਦੇ ਵਿੱਚ ਆਗਮਨ ਆਪਣੇ ਆਪ ਦੇ ਵਿੱਚ ਮਨੁੱਖੀ ਬਰਾਬਰੀ ਦਾ ਪ੍ਰਤੀਕ ਹੈ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਮਨੁੱਖੀ ਬਰਾਬਰੀ ਦੇ ਪੈਗੰਬਰ ਨੇ। ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਜਨਮ ਲੈਂਦੇ ਨੇ, ਉਸ ਵੇਲੇ ਦਾ ਸਮਾਜ, ਉਸ ਵੇਲੇ ਦਾ ਸੰਸਾਰ ਵੱਖ-ਵੱਖ ਪੱਧਰਾਂ 'ਤੇ ਲੀਰੋ ਲੀਰ ਹੋਇਆ ਪਿਆ ਸੀ। ਔਰ ਜਿਵੇਂ ਕਿ ਉੱਚੀ ਨੀਵੀਂ ਜ਼ਮੀਨ ਨੂੰ ਜਦੋਂ ਸਮਤਲ ਕਰਨਾ ਹੋਵੇ, ਬਰਾਬਰ ਕਰਨਾ ਹੋਵੇ, ਮੈਦਾਨ ਰੂਪ ਦੇ ਵਿੱਚ ਲੈ ਕੇ ਆਉਣਾ ਹੋਵੇ, ਤਾਂ ਜੋ ਉਸ ਜ਼ਮੀਨ ਦੇ ਉੱਪਰ ਉਚਾਈਆਂ ਹੁੰਦੀਆਂ ਨੇ, ਟਿੱਬੇ ਹੁੰਦੇ ਨੇ, ਉਹਨਾਂ ਨੂੰ ਆਪਣਾ ਮਾਣ ਛੱਡ ਕੇ ਸਮਤਲ ਮੈਦਾਨ ਬਰਾਬਰੀ ਦੇ ਪੱਧਰ 'ਤੇ ਆਉਣਾ ਪੈਂਦਾ। ਔਰ ਦੂਸਰੇ ਪਾਸੇ ਜਿਹੜੇ ਟੋਏ ਹੋਇਆ ਕਰਦੇ ਨੇ ਉਸ ਜ਼ਮੀਨ ਦੇ ਵਿੱਚ, ਉਹਨਾਂ ਨੂੰ ਪੂਰਿਆ ਜਾਣਾ ਹੁੰਦਾ, ਤਦੇ ਹੀ ਸਮਤਲ ਉਹ ਜ਼ਮੀਨ ਬਣਦੀ ਹੈ। ਜਦੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਸੰਸਾਰ ਦੇ ਵਿੱਚ ਆਉਂਦੇ ਨੇ, ਤਾਂ ਸੰਸਾਰ ਦਾ ਜਿਹੜਾ ਧਰਾਤਲ ਸੀ ਉਹ ਇਸ ਤਰ੍ਹਾਂ ਸੀ ਕਿ ਕਿਤੇ ਬਹੁਤ ਬਹੁਤ ਉੱਚੇ ਟਿੱਬੇ ਸਨ ਔਰ ਕਿਤੇ ਬਹੁਤ ਬਹੁਤ ਨੀਵੇਂ ਟੋਏ ਸਨ, ਉਚਾਈਆਂ ਨਿਵਾਣਾ, ਕਿਸੇ ਪਾਸੇ ਸਮਤਲਤਾ ਦਿਖਾਈ ਨਹੀਂ ਦੇ ਰਹੀ ਸੀ। ਔਰ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਸੰਸਾਰ ਦੇ ਵਿੱਚ ਜਦੋਂ ਵਿਚਰਦੇ ਨੇ, ਜਦੋਂ ਆਪਣੀਆਂ ਮਾਨਵਵਾਦੀ ਸਿੱਖਿਆਵਾਂ ਦੇ ਨਾਲ, ਆਪਣੀਆਂ ਨਿਰਮਲ ਸਿੱਖਿਆਵਾਂ ਦੇ ਨਾਲ, ਆਪਣੀ ਵਿਚਾਰਧਾਰਾ ਦੇ ਨਾਲ ਇਸ ਸੰਸਾਰ ਨੂੰ, ਸਮਾਜ ਨੂੰ ਸਰਸ਼ਾਰ ਕਰਦੇ ਨੇ, ਤੇ ਉਸ ਵੇਲੇ ਸਮਤਲਤਾ ਦਾ, ਸਮਾਨਤਾ ਦਾ ਵਾਤਾਵਰਣ ਪੈਦਾ ਹੁੰਦਾ। ਕਿਉਂਕਿ ਜਾ ਕੀ ਛੋਤ ਜਗਤ ਕੋ ਲਾਗੈ ਤਾ ਪਰ ਤੂੰ ਹੀ ਢਰੈ, ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਇੱਕ ਪਾਸੇ ਜਿਹੜੇ ਉਹ ਲੋਕ ਸਨ ਜਿਨ੍ਹਾਂ ਨੂੰ ਨੀਵੇਂ ਗਿਣਿਆ ਜਾਂਦਾ ਸੀ, ਜਿਨ੍ਹਾਂ ਨੂੰ ਦਰਕਨਾਰ ਕੀਤਾ ਹੋਇਆ ਸੀ, ਜਿਹੜੇ ਹਾਸ਼ੀਏ 'ਤੇ ਵਿਚਰ ਰਹੇ ਲੋਕ ਸਨ, ਸਤਿਗੁਰੂ ਮਹਾਰਾਜ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਨੀਚ ਹੈ ਊਚ ਕਰੇ ਮੇਰਾ ਗੋਬਿੰਦ, ਕਿ ਉਹ ਜਿਹੜੇ ਸਧਾਰਨ ਜੀਵਨ ਤੋਂ ਨੀਵੇਂ ਤਲ 'ਤੇ ਜੀਵਨ ਬਸਰ ਕਰਨ ਵਾਲੇ ਲੋਕ ਸਨ, ਜਿੱਥੇ ਉਹ ਬਰਾਬਰੀ 'ਤੇ ਆਉਂਦੇ ਨੇ, ਸਮਤਲਤਾ 'ਤੇ ਆਉਂਦੇ ਨੇ। ਔਰ ਦੂਸਰੇ ਪਾਸੇ ਆਚਾਰ ਸਹਿਤ ਵਿਪਰ ਕਰੈ ਡੰਡੌਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਦੂਸਰੇ ਪਾਸੇ ਜਿਹੜੇ ਲੋਕ ਸਨ, ਜਿਹੜੇ ਆਪਣੇ ਆਪ ਨੂੰ ਬਹੁਤ ਉੱਚਾ ਗਿਣਦੇ ਸਨ, ਉਹ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਆਤਮਸਾਤ ਕਰਦੇ ਨੇ, ਉਸ ਵਿਚਾਰਧਾਰਾ ਨੂੰ ਅਪਣਾਉਂਦੇ ਨੇ, ਜੀਵਨ ਦੇ ਵਿੱਚ ਲੈ ਕੇ ਆਉਂਦੇ ਨੇ, ਔਰ ਆਪਣੇ ਜੀਵਨ ਨੂੰ ਗੁਰੂ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਢਾਲਦੇ ਨੇ। ਔਰ ਆਪਣੇ ਹੰਕਾਰ ਨੂੰ ਤਿਆਗ ਕਰਕੇ ਉਹ ਲੋਕ ਵੀ ਸਮਤਲਤਾ 'ਤੇ ਆਉਂਦੇ ਨੇ, ਸਮਾਨਤਾ ਦੇ ਜੋ ਜੀਵਨ ਪੱਧਰ ਹੈ ਉਸ 'ਤੇ ਆਉਂਦੇ ਨੇ। ਤੋ ਇਸ ਦੇ ਨਾਲ ਇੱਕ ਪਾਸੇ ਜੋ ਨੀਵੇਂ ਪੱਧਰ 'ਤੇ ਵਿਚਰਨ ਵਾਲੇ ਲੋਕ ਸਨ, ਦੂਸਰੇ ਪਾਸੇ ਜਿਹੜੇ ਆਪਣੇ ਆਪ ਨੂੰ ਉੱਚਾ ਗਿਣਦੇ ਸਨ, ਇੱਧਰੋਂ ਇਹ ਉਚਾਈ 'ਤੇ ਆਉਂਦੇ ਨੇ, ਉੱਧਰੋਂ ਉਹ ਆਪਣਾ ਹੰਕਾਰ ਤਿਆਗ ਕੇ ਧਰਾਤਲ ਪੱਧਰ 'ਤੇ ਆਉਂਦੇ ਨੇ, ਤੇ ਇੱਕ ਸਮਾਨਤਾ ਦਾ ਵਾਤਾਵਰਣ, ਇੱਕ ਸਮਤਲਤਾ ਦਾ ਵਾਤਾਵਰਣ
ਮਨੁੱਖੀ ਬਰਾਬਰੀ ਦਾ ਵਾਤਾਵਰਣ, ਸਰਬ ਸਾਂਝੀ ਵਾਲਤਾ ਦਾ ਵਾਤਾਵਰਣ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਇਸ ਸੰਸਾਰ ਦੇ ਵਿੱਚ ਪੈਦਾ ਕਰਦੀ ਹੈ। ਔਰ ਦੂਸਰਾ, ਜਦੋਂ ਅਸੀਂ ਦੇਖਦੇ ਹਾਂ ਕਿ ਉਸ ਵੇਲੇ ਦਾ ਔਰਤ ਦਾ ਜੋ ਸਮਾਜ ਦੇ ਵਿੱਚ ਸਥਾਨ ਸੀ ਉਹ ਬਹੁਤ ਦਇਨੀय ਸੀ, ਬਹੁਤ ਤਰਸਯੋਗ ਹਾਲਤ ਸੀ ਔਰਤ ਦੀ। ਔਰ ਮੀਰਾਬਾਈ ਜਿਹੀਆਂ ਇਸਤਰੀਆਂ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕਰਦੀਆਂ ਨੇ, ਉਹਨਾਂ ਦੀ ਸ਼ਰਨ ਦੇ ਵਿੱਚ ਆਉਂਦੀਆਂ ਨੇ, ਉਹਨਾਂ ਦਾ ਆਸ਼ੀਰਵਾਦ ਜਦੋਂ ਉਹਨਾਂ ਨੂੰ ਪ੍ਰਾਪਤ ਹੁੰਦਾ ਤਾਂ ਉਹ ਇਸਤਰੀਆਂ ਸਮਾਜ ਦੇ ਵਿੱਚ ਜਦੋਂ ਕਿ ਪਹਿਲੇ ਸਮੇਂ ਤੋਂ ਦਰਕਿਨਾਰ ਕੀਤੀਆਂ ਹੋਈਆਂ ਸਨ, ਉਹ ਵੀ ਸਮਾਨਤਾ ਵਾਲਾ ਜੀਵਨ ਬਸਰ ਕਰਦੀਆਂ ਨੇ। ਔਰ ਜਿਸ ਔਰਤ ਨੂੰ ਬਹੁਤ ਬਹੁਤ ਭੱਦੇ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਸੀ, ਉਹ ਵੀ ਔਰਤ ਸਮਾਜ ਦੇ ਵਿੱਚ ਬਰਾਬਰੀ ਦੇ ਪੱਧਰ 'ਤੇ ਵਿਚਰਦੀ ਹੈ। ਜਗਤ ਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਹਨ, ਸਹਿ ਕੀ ਸਾਰ ਸੁਹਾਗਨ ਜਾਣੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਔਰਤ ਨੂੰ ਸਮਾਨਤਾ ਦਾ ਦਰਜਾ ਬਖਸ਼ਦੇ ਨੇ ਔਰ ਆਦਮੀ ਦੇ ਬਰਾਬਰ ਇਸਤਰੀ ਦਾ ਜੋ ਸਥਾਨ ਹੈ ਉਹ ਤੈਅ ਕਰਦੇ ਨੇ। ਔਰ ਗੁਰੂ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਪਰਮਾਤਮਾ ਨੂੰ, ਹਰ ਜੀ ਨੂੰ ਸੰਬੋਧਿਤ ਹੁੰਦੇ ਹੋਏ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਹੇ ਪ੍ਰਮਾਤਮਾ, ਹੇ ਹਰ ਜੀਓ, ਤੇਰੇ ਔਰ ਮੇਰੇ, ਮੇਰੇ ਔਰ ਤੇਰੇ ਵਿਚਕਾਰ ਕੋਈ ਭੇਤ ਨਹੀਂ ਹੈ, ਕੋਈ ਅੰਤਰ ਨਹੀਂ ਹੈ, ਅਸੀਂ ਦੋਵੇਂ ਬਰਾਬਰ ਹਾਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਦੋਂ ਪਰਮਾਤਮਾ ਦੇ ਵਿੱਚ ਔਰ ਸਤਿਗੁਰਾਂ ਦੇ ਵਿੱਚ ਅਭੇਦਤਾ ਹੈ, ਤੋ ਜਿਹੜੇ ਜੀਵ ਉਸ ਪਰਮਾਤਮਾ ਦੀ ਜੋਤ ਤੋਂ ਪੈਦਾ ਹੋਏ ਨੇ, ਜਿਹੜੇ ਸਾਰੇ ਉਸ ਦੇ ਬਾਰਕ ਨੇ, ਉਸ ਦੇ ਬੱਚੇ ਨੇ, ਉਹਨਾਂ ਦੇ ਵਿੱਚ ਕੋਈ ਉੱਚਾ ਜਾਂ ਕੋਈ ਨੀਵਾਂ ਕਿਵੇਂ ਹੋ ਸਕਦਾ? ਇਸ ਸੁਨੇਹੇ ਦੇ ਰਾਹੀਂ, ਇਸ ਵਿਚਾਰਧਾਰਾ ਦੇ ਰਾਹੀਂ, ਇਸ ਫਰਮਾਨ ਦੇ ਰਾਹੀਂ ਇਹੀ ਗੱਲ ਸਤਿਗੁਰ ਸੱਚੇ ਪਾਤਸ਼ਾਹ ਜੀ ਜਗਤ ਦੇ ਸਾਹਮਣੇ ਰੱਖਦੇ ਨੇ ਔਰ ਉਪਦੇਸ਼ ਕਰਦੇ ਨੇ ਕਿ ਮਨੁੱਖ ਦੀ ਮਨੁੱਖ ਦੇ ਨਾਲ ਬਰਾਬਰੀ ਹੈ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਔਰ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਸਭ ਘਟ ਭੀਤਰ ਹਾਟ ਚਲਾਵੇ। ਸਭ ਘਟ ਭੀਤਰ, ਉਹਦਾ ਜੋ ਬਖਸ਼ਿਸ਼ ਹੈ ਪਰਮਾਤਮਾ ਦੀ, ਹਰ ਜੀ ਦੀ ਜੋ ਬਖਸ਼ਿਸ਼ ਹੈ, ਉਹ ਸਾਰੇ ਸਰੀਰਾਂ ਦੇ ਵਿੱਚ, ਸਾਰੇ ਦੇਹਾਂ ਦੇ ਵਿੱਚ ਉਹ ਬਰਾਬਰ ਵਰਤ ਰਹੀ ਹੈ। ਉਹ ਕਿਸੇ ਦੇ ਨਾਲ ਬਖਸ਼ਿਸ਼ਾਂ ਕਰਨ ਵੇਲੇ ਅੰਤਰ ਨਹੀਂ ਕਰਦਾ। ਜਿਸ ਨੂੰ ਉਸਨੇ ਦਾਤ ਦੇਣੀ ਹੈ ਉਸ ਦੀ ਕੋਈ ਜ਼ਾਤ ਨਹੀਂ ਦੇਖਦਾ, ਕੋਈ ਪਾਤ ਨਹੀਂ ਦੇਖਦਾ, ਸੰਸਾਰ ਦੇ ਵਿੱਚ ਉਸ ਦਾ ਸਮਾਜਿਕ ਜੀਵਨ ਪੱਧਰ ਨਹੀਂ ਵਿਚਾਰਦਾ। ਸੋ ਗੁਰੂ ਮਹਾਰਾਜ ਜੀ ਦਾ ਜੋ ਇਸ ਪਾਵਨ ਪੰਕਤੀ ਦੇ ਵਿੱਚ ਸੰਦੇਸ਼ ਹੈ ਉਹ ਵੀ ਮਨੁੱਖੀ ਬਰਾਬਰੀ ਦਾ ਪ੍ਰਤੀਕ ਹੈ। ਸਭ ਘਟ ਭੀਤਰ ਹਾਟ ਚਲਾਵੇ। ਔਰ ਸਰਬੈ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਸਰਬੈ ਏਕ ਅਨੇਕੈ ਸੁਆਮੀ। ਉਹ ਜੋ ਪਰਮਾਤਮਾ ਜੋ ਇੱਕ ਹੈ, ਉਹ ਸਾਰੇ ਸੰਸਾਰ ਦੇ ਜੀਵਾਂ ਦੇ ਵਿੱਚ, ਸਾਰੇ ਮਨੁੱਖਾਂ ਦੇ ਵਿੱਚ, ਚਾਹੇ ਕੋਈ ਕਿਸੇ ਨੂੰ ਨੀਵਾਂ ਗਿਣਿਆ ਜਾਂਦਾ ਸੀ, ਚਾਹੇ ਕੋਈ ਕਿਸੇ ਨੂੰ ਉੱਚਾ ਗਿਣਿਆ ਜਾਂਦਾ ਸੀ, ਗੁਰੂ ਮਹਾਰਾਜ ਜੀ ਨੇ ਫਰਮਾਨ ਕੀਤਾ ਕਿ ਸਾਰੇ ਘਟਾਂ ਦੇ ਵਿੱਚ ਉਹ ਬਰਾਬਰ ਵਰਤਦਾ ਹੈ। ਤੋ ਫਿਰ ਕਿਸੇ ਮਨੁੱਖ ਦੇ ਉੱਚੇ ਹੋਣ ਜਾਂ ਕਿਸੇ ਮਨੁੱਖ ਦੇ ਨੀਵੇਂ ਹੋਣ ਦਾ ਕੋਈ ਪ੍ਰਸ਼ਨ ਨਹੀਂ ਰਹਿ ਜਾਂਦਾ। ਸੋ ਗੁਰੂ ਮਹਾਰਾਜ ਜੀ ਦੀ ਜੋ ਵਿਚਾਰਧਾਰਾ ਹੈ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ, ਖਟ ਕਰਮ ਕੁਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਹੇ, ਚਰਨਾਰ ਬਿੰਦ ਨਾ ਕਥਾ ਭਾਵੇ, ਸੁਪਚ ਤੁਲ ਸਮਾਨ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਕਿਸੇ ਦਾ ਸੰਸਾਰ ਦੇ ਵਿੱਚ ਉੱਚੇ ਗਿਣਿਆ ਜਾਣਾ ਉਹ ਇਸ ਗੱਲ 'ਤੇ ਮੁਨਸਰ ਨਹੀਂ ਕਰਦਾ ਕਿ ਉਸਨੇ ਕਿਸ ਜਾਤ ਦੇ ਵਿੱਚ, ਕਿਸ ਪਰਿਵਾਰ ਦੇ ਵਿੱਚ, ਉਸਨੇ ਕਿਸ ਵਰਨ ਦੇ ਵਿੱਚ ਜਨਮ ਲਿਆ। ਇਹ ਕੋਈ ਗੱਲ ਮਾਇਨੇ ਨਹੀਂ ਰੱਖਦੀ, ਬਲਕਿ ਉਸ ਦੇ ਕਰਮ, ਉਸ ਦੇ ਕੰਮ,
ਉਹ ਕਿਹੜੇ ਜੀਵਨ ਮਾਰਗ ਤੇ ਚੱਲ ਰਿਹਾ ਹੈ। ਜੇਕਰ ਤਾਂ ਉਹ ਸੁਚੱਜੇ ਸੁਖਾਵੇਂ ਜੀਵਨ ਮਾਰਗ ਤੇ ਅੱਗੇ ਵਧ ਰਿਹਾ ਹੈ ਔਰ ਉਸ ਜੀਵਨ ਮਾਰਗ ਤੇ ਅੱਗੇ ਵਧਦੇ ਹੋਏ ਜਦੋਂ ਉਹ ਕਿਸੇ ਦੂਸਰੇ ਮਨੁੱਖ ਦਾ ਦਿਲ ਨਹੀਂ ਦੁਖਾ ਰਿਹਾ, ਕਿਸੇ ਦਾ ਹੱਕ ਨਹੀਂ ਖੋਹ ਰਿਹਾ, ਕਿਸੇ ਨੂੰ ਤੰਗ ਨਹੀਂ ਕਰ ਰਿਹਾ, ਤਾਂ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਉਸ ਮਨੁੱਖ ਦਾ ਜੀਵਨ ਉੱਚੇ ਪੱਧਰ ਦਾ ਹੈ। ਔਰ ਜੇਕਰ ਖੱਟ ਕਰਮ ਉੱਚੇ ਉੱਚੇ ਸਮਝੇ ਜਾਣ ਵਾਲੇ ਕਰਮ ਕਰਦਾ ਹੋਇਆ ਵੀ ਜੇਕਰ ਕੋਈ ਮਨੁੱਖ ਕਿਸੇ ਦਾ ਦਿਲ ਦੁਖਾਉਂਦਾ, ਕਿਸੇ ਦਾ ਹੱਕ ਖੋਹਦਾ ਔਰ ਕਿਸੇ ਦੇ ਨਾਲ ਛਲ ਕਪਟ ਕਰਦਾ, ਤਾਂ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਉਸ ਦਾ ਜੀਵਨ ਉੱਚਾ ਨਹੀਂ ਗਿਣਿਆ ਜਾ ਸਕਦਾ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਸਮਝਾਉਂਦੇ ਨੇ, ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਜੋ ਵੀ ਮਨੁੱਖ ਚਾਹੇ ਉਹ ਕਿਸੇ ਵੀ ਵਰਨ ਦੇ ਨਾਲ ਸੰਬੰਧਿਤ ਹੋਵੇ, ਕਿਸੇ ਵੀ ਜ਼ਾਤ ਦਾ ਹੋਵੇ, ਕਿਸੇ ਵੀ ਵਰਗ ਦੇ ਨਾਲ ਸੰਬੰਧਿਤ ਹੋਵੇ, ਕਿਸੇ ਵੀ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਾ ਹੋਵੇ, ਤੇ ਜੇਕਰ ਉਹ ਪਰਮਾਤਮਾ ਦਾ ਸਿਮਰਨ ਕਰਦਾ ਹੈ, ਚੰਗੇ ਜੀਵਨ ਮਾਰਗ ਤੇ ਅਗਾਂਹ ਵੱਧਦਾ ਹੈ ਔਰ ਆਦਰਸ਼ ਜੀਵਨ ਬਤੀਤ ਕਰਦਾ ਹੈ, ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਉਸ ਦਾ ਇਹ ਗੱਲ ਕਿਤੇ ਵੀ ਮਾਇਨੇ ਨਹੀਂ ਰੱਖਦੀ ਕਿ ਉਹ ਕਿਸ ਜ਼ਾਤ ਦੇ ਨਾਲ ਸੰਬੰਧਿਤ ਹੈ ਔਰ ਕਿਸ ਪਰਿਵਾਰ ਦੇ ਵਿੱਚ ਉਸ ਦਾ ਜਨਮ ਹੋਇਆ, ਕਿਸ ਜਾਤੀ ਦੇ ਨਾਲ ਉਹ ਸੰਬੰਧ ਰੱਖਦਾ ਹੈ। ਕਿਤੇ ਵੀ ਇਹ ਗੱਲ ਮਾਇਨੇ ਨਹੀਂ ਰੱਖਦੀ। ਔਰ ਕਿਸੇ ਵੀ ਕੁੱਲ ਦੇ ਵਿੱਚ, ਕਿਸੇ ਵੀ ਪਰਿਵਾਰ ਦੇ ਵਿੱਚ, ਕਿਸੇ ਵੀ ਵਰਗ ਦੇ ਵਿੱਚ ਜਨਮ ਲੈ ਕੇ ਜੇਕਰ ਕੋਈ ਚੰਗੇ ਕਰਮ ਕਰਦਾ, ਪਰਮਾਤਮਾ ਦਾ ਸਿਮਰਨ ਕਰਦਾ ਔਰ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਵਿੱਚ ਆਤਮਸਾਤ ਕਰਦਾ ਹੈ, ਤਾਂ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ ਕਿ ਉਹ ਮਨੁੱਖ ਬਿਨਾਂ ਉਸ ਦੀ ਜ਼ਾਤ ਪਾਤ ਤੱਕੇ, ਕੋਈ ਪਰਿਵਾਰ ਤੱਕੇ ਉਹ ਪੂਜਣਯੋਗ ਹੈ। ਔਰ ਆਪਣੇ ਇੱਕ ਪਵਿੱਤਰ ਸ਼ਬਦ ਦੇ ਵਿੱਚ, ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਸਾਰੇ ਸੰਸਾਰ ਨੂੰ ਖੋਲ੍ਹ ਕੇ ਸਮਝਾ ਦਿੰਦੇ ਨੇ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ, ਹਿਰਦੈ ਰਾਮ ਗੋਬਿੰਦ ਗੁਣ ਸਾਰੰ, ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ ਨਹੀਂ ਪਾਨੰ, ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰ, ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਾਗਉਤ ਲਿਖੀਐ ਤਹਿ ਉਪਰੈ, ਪੂਜੀਐ ਕਰ ਨਮਸਕਾਰੰ, ਮੇਰੀ ਜਾਤ ਕੁਟ ਬਾਂਡਲਾ ਢੋਰ ਢਵੰਤਾ, ਨਿਤ ਹੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੌਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਇਸ ਪਾਵਨ ਸ਼ਬਦ ਦੇ ਵਿੱਚ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਸਾਰੇ ਸੰਸਾਰ ਨੂੰ ਖੋਲ੍ਹ ਕੇ ਸਮਝਾ ਦਿੰਦੇ ਨੇ ਔਰ ਸਾਰੇ ਸੰਸਾਰ ਦੇ ਵਿੱਚ ਇਸ ਸੱਚਾਈ ਨੂੰ ਸਦੀਆਂ ਸਦੀਆਂ ਲਈ ਰਹਿੰਦੇ ਸੰਸਾਰ ਤੱਕ ਲਈ ਪ੍ਰਗਟ ਕਰ ਦਿੰਦੇ ਨੇ ਕਿ ਜਿਹੜਾ ਜੀਵ ਚੰਗਾ ਜੀਵਨ ਪੱਧਰ, ਚੰਗਾ ਜੀਵਨ ਰਾਹ ਅਪਣਾਉਂਦਾ ਔਰ ਪਰਮਾਤਮਾ ਦਾ ਸਿਮਰਨ ਕਰਦਾ, ਸੁਚੱਜੇ ਜੀਵਨ ਰਾਹ 'ਤੇ ਤੁਰਦਾ, ਉਸ ਜੀਵ ਦੀ ਜ਼ਾਤ ਚਾਹੇ ਕੋਈ ਵੀ ਹੋਵੇ ਉਹ ਹਮੇਸ਼ਾ ਪੂਜਣਯੋਗ ਹੈ। ਗੁਰੂ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਫਰਮਾਨ ਕਰਦੇ ਨੇ, ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰਨ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤਾੜ ਦਾ ਜੋ ਰੁੱਖ ਹੈ ਉਸ ਦੇ ਪੱਤਿਆਂ ਨੂੰ, ਉਸ ਰੁੱਖ ਨੂੰ ਨਫ਼ਰਤ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ, ਉਸ ਨੂੰ ਅਪਵਿੱਤਰ ਮੰਨਿਆ ਜਾਂਦਾ। ਪਰ ਗੁਰੂ ਮਹਾਰਾਜ ਜੀ ਦੀ ਵਿਚਾਰਧਾਰਾ ਦੇਖੋ ਕਿ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਉਹ ਰੁੱਖ, ਉਸ ਰੁੱਖ ਦੇ ਪੱਤੇ ਜਿਨ੍ਹਾਂ ਨੂੰ ਸੰਸਾਰ ਅਪਵਿੱਤਰ ਕਰਕੇ ਜਾਣਦਾ, ਜਦੋਂ ਉਹਨਾਂ ਹੀ ਰੁੱਖਾਂ ਦੇ ਪੱਤਿਆਂ ਦਾ ਕਾਗਜ਼ ਬਣਾ ਕਰਕੇ ਉਸ ਦੇ ਉੱਪਰ ਪਰਮਾਤਮਾ ਦਾ ਨਾਮ ਲਿਖ ਦਿੱਤਾ ਜਾਵੇ, ਤੇ ਉਹੀ ਪੱਤੇ ਜਿਹੜੇ ਤਿਰਸਕਾਰ ਦਾ ਪਹਿਲਾਂ ਪਾਤਰ ਸਨ ਉਹਨਾਂ ਨੂੰ ਹੀ ਸੰਸਾਰ ਨਮਸਕਾਰ ਕਰਦੀ, ਉਹਨਾਂ ਪੱਤਰਾਂ ਨੂੰ ਪੂਜਦੀ ਹੈ ਕਿਉਂਕਿ ਉਹਨਾਂ ਦੇ ਉੱਪਰ ਪਰਮਾਤਮਾ ਦਾ ਨਾਮ ਲਿਖਿਆ ਜਾਂਦਾ। ਗੁਰੂ ਮਹਾਰਾਜ ਜੀ ਦਾ ਇਸ ਸ਼ਬਦ ਦੇ ਵਿੱਚ ਇਹ ਫਰਮਾਨ ਹੈ, ਸੰਸਾਰ ਨੂੰ ਇਹ ਸਮਝਾਉਣਾ ਹੈ
ਕਿ ਸੰਸਾਰ ਦੇ ਵਿੱਚ ਕਿਸੇ ਮਨੁੱਖ ਦੀ ਜ਼ਾਤ, ਪਰਿਵਾਰ, ਕੁਟੁੰਬ, ਕਬੀਲਾ, ਵਰਗ, ਵਰਣ ਚਾਹੇ ਕੋਈ ਹੋਵੇ, ਜਦੋਂ ਉਹ ਚੰਗੇ ਗੁਣਾਂ ਨੂੰ ਮਨ ਦੇ ਵਿੱਚ ਧਾਰਨ ਕਰ ਲੈਂਦਾ, ਆਪਣੇ ਜੀਵਨ ਦੇ ਵਿੱਚ ਅਪਣਾ ਲੈਂਦਾ, ਤੇ ਉਹ ਮਨੁੱਖ ਪੂਜਣਯੋਗ ਹੋ ਜਾਂਦਾ। ਸਾਰੇ ਸੰਸਾਰ ਦੇ ਵਿੱਚ ਉਸ ਦਾ ਸਤਿਕਾਰ ਹੁੰਦਾ। ਔਰ ਗੁਰੂ ਮਹਾਰਾਜ ਜੀ ਇਸ ਪਾਵਨ ਸ਼ਬਦ ਦੀਆਂ ਅੰਤਮ 2 ਪੰਕਤੀਆਂ ਦੇ ਵਿੱਚ ਆਪਣੀ ਨਿੱਜੀ ਉਦਾਹਰਣ ਦੇ ਕੇ ਸੰਸਾਰ ਨੂੰ ਸਮਝਾਉਂਦੇ ਨੇ ਕਿ ਜਿਸ ਮਨੁੱਖ ਦੇ, ਜਿਸ ਜੀਵ ਦੇ ਕੁਟੁੰਬ ਦੇ ਲੋਕ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਨੇ, ਉਸ ਪਰਿਵਾਰ ਦੇ ਨਾਲ, ਉਸ ਕੁਟੁੰਬ ਦੇ ਨਾਲ ਮੈਂ ਸੰਬੰਧ ਰੱਖਦਾ ਹਾਂ। ਤੇ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਾਅਦ ਜਦੋਂ ਮੈਂ ਪਰਮਾਤਮਾ ਦੇ ਗੁਣਾਂ ਨੂੰ ਆਤਮਸਾਤ ਕਰ ਲਿਆ, ਉਸ ਤੋਂ ਉਪਰੰਤ ਮੈਂ ਸੰਸਾਰ ਦੇ ਵਿੱਚ ਪੂਜਣਯੋਗ ਹੋ ਗਿਆ। ਆਪਣੀ ਉਦਾਹਰਣ ਰੱਖਦੇ ਹੋਏ ਸਾਰੇ ਸੰਸਾਰ ਨੂੰ ਆਪ ਮਿਸਾਲ ਬਣਦੇ ਹੋਏ ਸਮਝਾਉਂਦੇ ਨੇ ਕਿ ਕੋਈ ਵੀ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਕੋਈ ਕੌਣ, ਕਿਸ ਜਾਤ ਦਾ ਹੈ, ਕਿਸ ਬਰਾਦਰੀ ਦਾ ਹੈ, ਕਿਸ ਪਰਿਵਾਰ ਦੇ ਨਾਲ, ਕਿਸ ਕੁਟੁੰਬ ਦੇ ਨਾਲ ਸੰਬੰਧਿਤ ਹੈ। ਜਿਸ ਦੇ ਜੀਵਨ ਦੇ ਵਿੱਚ ਚੰਗੇ ਗੁਣ ਹੋਣਗੇ, ਪਰਮਾਤਮਾ ਦਾ ਨਾਮ ਹੋਏਗਾ, ਜਿਹੜਾ ਮਨੁੱਖ ਇਹਨਾਂ ਗੁਣਾਂ ਦੀ ਬਦੌਲਤ ਚੰਗੇ ਜੀਵਨ ਮਾਰਗ 'ਤੇ ਚੱਲੇਗਾ, ਉਸ ਸੰਸਾਰ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਸਤਿਕਾਰ ਦਾ ਪਾਤਰ ਬਣੇਗਾ। ਔਰ ਇੱਕ ਹੋਰ ਸ਼ਬਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਸਤਿਗੁਰੂ ਕਬੀਰ ਮਹਾਰਾਜ ਜੀ ਦੀ, ਸਤਿਗੁਰੂ ਨਾਮਦੇਵ ਜੀ ਦੀ ਉਦਾਹਰਣ ਦੇ ਕੇ ਔਰ ਆਪਣੀ ਉਦਾਹਰਣ ਦੇ ਕੇ, ਮਿਸਾਲ ਦੇ ਕੇ ਸਮਝਾਉਂਦੇ ਨੇ। ਹਰ ਜਪਤ ਤੇਊ ਜਨਾ ਪਦਮ ਕਵਲਾਸ ਪਤ ਤਾਸ ਸਮਤੁਲ ਨਹੀਂ ਆਨ ਕੋਊ, ਏਕ ਹੀ ਏਕ ਅਨੇਕ ਹੋਏ ਬਿਸਥਰਿਓ, ਆਨ ਰੇ ਆਨ ਭਰਪੂਰ ਸੋਊ। ਗੁਰੂ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਵਿੱਚ ਸੰਸਾਰ ਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਮਨੁੱਖ, ਚਾਹੇ ਉਹ ਮਰਦ ਹੋਵੇ ਚਾਹੇ ਔਰਤ ਹੋਵੇ, ਜਿਹੜਾ ਮਨੁੱਖ ਜੀਵਨ ਦੇ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰ ਲੈਂਦਾ, ਚੰਗੇ ਗੁਣਾਂ ਨੂੰ ਅਪਣਾ ਲੈਂਦਾ ਔਰ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਦਾ ਹੋਇਆ ਉਹਨਾਂ ਗੁਣਾਂ ਦੇ ਆਸਰੇ ਆਪਣਾ ਜੀਵਨ ਯਾਪਨ ਕਰਦਾ। ਤੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਸੰਸਾਰ ਜਿਨ੍ਹਾਂ ਨੂੰ ਵੱਡੇ ਵੱਡੇ ਦੇਵਤੇ ਕਰਕੇ ਮੰਨਦਾ, ਜਿਨ੍ਹਾਂ ਨੂੰ ਪੂਜਦਾ, ਉਹ ਵੀ ਉਸ ਮਨੁੱਖ ਦੀ ਬਰਾਬਰੀ ਨਹੀਂ ਕਰ ਸਕਦੇ, ਚਾਹੇ ਉਹ ਮਨੁੱਖ ਮਰਦ ਹੋਵੇ ਚਾਹੇ ਔਰਤ। ਇਹ ਦੇਵਤੇ ਜਿਨ੍ਹਾਂ ਨੂੰ ਸੰਸਾਰ ਵੱਡੇ ਕਰਕੇ ਜਾਣਦਾ, ਉਹ ਦੇਵਤੇ ਵੀ ਉਸ ਮਨੁੱਖ ਦੀ ਬਰਾਬਰੀ ਨਹੀਂ ਕਰ ਸਕਦੇ। ਅਗਾਂਹ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਾ ਕੇ ਭਾਗਵਤ ਲੇਖੀਏ ਅਵਰ ਨਹੀਂ ਪੇਖੀਏ, ਤਾਸ ਕੀ ਜਾਤ ਆਛੋਪ ਛੀਪਾ, ਬਿਆਸ ਮੈਂ ਲੇਖੀਏ ਸਨਕ ਮੈਂ ਪੇਖੀਏ, ਨਾਮ ਕੀ ਨਾਮਨਾ ਸਪਤ ਦੀਪਾ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਸਤਿਗੁਰੂ ਨਾਮਦੇਵ ਜੀ ਦੀ ਉਦਾਹਰਣ ਦਿੰਦੇ ਆ ਕਿ ਜਿਨ੍ਹਾਂ ਨੂੰ ਸੰਸਾਰ ਅਛੂਤ ਕਰਕੇ ਜਾਣਦਾ ਸੀ ਔਰ ਜਦੋਂ ਉਹ ਸੱਚ ਦੇ ਮਾਰਗ ਦੇ ਪਾਂਧੀ ਬਣੇ, ਸੰਸਾਰ ਦੇ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਅਪਣਾ ਕਰਕੇ, ਚੰਗੇ ਗੁਣਾਂ ਨੂੰ ਅਪਣਾ ਕਰਕੇ ਜੀਵਨ ਦੇ ਵਿੱਚ ਅਗਾਂਹ ਵਧੇ, ਤਾਂ ਉਹ ਦੂਰ ਦੂਰ ਤੱਕ ਸਾਰੇ ਸੰਸਾਰ ਦੇ ਵਿੱਚ ਪੂਜੇ ਗਏ। ਔਰ ਅਗਾਂਹ ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਾ ਕੇ ਈਦ ਬਕਰੀਦ ਕੁਲ ਗਊ ਰੇ ਬੱਧ ਕਰੈ, ਮਾਨੀਐ ਸੇਖ ਸ਼ਹੀਦ ਪੀਰਾ, ਜਾ ਕੇ ਬਾਪ ਵੈਸੀ ਕਰੀ ਪੂਤ ਐਸੀ ਸਰੀ, ਤੇਹੂ ਰੇ ਲੋਕ ਪ੍ਰਸਿੱਧ ਕਬੀਰਾ। ਔਰ ਗੁਰੂ ਮਹਾਰਾਜ ਜੀ ਸਤਿਗੁਰੂ ਕਬੀਰ ਜੀ ਦੀ ਉਦਾਹਰਣ ਦਿੰਦੇ ਹੋਏ ਫਰਮਾਉਂਦੇ ਨੇ ਕਿ ਜਿਨ੍ਹਾਂ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਕੁੱਲ ਦੇ ਵਿੱਚ ਗਊ ਵੱਧ ਕੀਤਾ ਜਾਂਦਾ ਸੀ ਔਰ ਅਨੇਕ ਅਨੇਕ ਤਰ੍ਹਾਂ ਦੇ ਐਸੇ ਕਰਮ ਉਹਨਾਂ ਦੇ ਕੁੱਲ ਦੇ ਵਿੱਚ, ਉਹਨਾਂ ਦੇ ਪਰਿਵਾਰਕ ਪਿਛੋਕੜ ਦੇ ਵਿੱਚ ਕੀਤੇ ਜਾਂਦੇ ਸਨ। ਉਸੇ ਕੁੱਲ ਦੇ ਵਿੱਚ ਜਨਮ ਲੈ ਕਰਕੇ ਜਦੋਂ ਸਤਿਗੁਰੂ ਕਬੀਰ ਜੀ ਮਹਾਰਾਜ ਸੱਚ ਦੇ ਮਾਰਗ ਦੇ ਪਾਂਧੀ ਬਣੇ, ਪਰਮਾਤਮਾ ਦੇ ਨਾਲ ਇੱਕ ਮਿਕਤਾ ਉਹਨਾਂ ਨੇ ਪ੍ਰਾਪਤ ਕੀਤੀ, ਅਭੇਦਤਾ ਪ੍ਰਾਪਤ ਕੀਤੀ, ਤੋਂ ਦੂਰ ਦੂਰ ਤੱਕ ਸਾਰੇ ਸੰਸਾਰ ਦੇ ਵਿੱਚ ਪੂਜੇ ਗਏ। ਔਰ ਇਸੇ ਸ਼ਬਦ ਦੇ ਵਿੱਚ ਅੰਤਮ ਪੰਕਤੀਆਂ ਦੇ ਵਿੱਚ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਉਦਾਹਰਣ ਦਿੰਦੇ ਨੇ। ਕਹਿਣ ਦਾ ਭਾਵ ਹੈ ਕਿ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਜੋ ਵਿਚਾਰਧਾਰਾ ਹੈ ਉਹ ਸਮਾਨਤਾ ਦੀ ਵਿਚਾਰਧਾਰਾ ਹੈ ਔਰ ਜਗਤ ਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ ਮਨੁੱਖੀ ਬਰਾਬਰੀ ਦੇ ਪੈਗੰਬਰ ਨੇ
और ऐसी निर्मल स्वच्छ और मानव कल्याणकारी विचारधारा सारे संसार ਨੂੰ गुरु महाराज जी ने प्रदान की और उन्हां दी विचारधारा तो प्रभावित हो करके समाज दे हर वर्ग दे लोक उन्हां दे चरण कमलों दे विच आए, उन्हां दे चरण कमलों का ओट आसरा लिया। और जिस तरह दास ने पहलां बेनती की सी कि जिहड़ी जमीन किते पहलां टिब्बे सन, किते डूंघे टोए सन, ऐसे संसार दे विच जदों सतगुरु रविदास महाराज जी आए और उन्होंने संसार दे विच ऐसा वरतारा देखा तो उन्होंने अपनी निर्मल विचारधारा दे नाल सारे संसार नूं प्रभावित किया और उन्हां दी विचारधारा नूं जिवें जिवें लोक अपनाउंदे गए और जिहड़े टिब्बियां वर्गे लोक सन जिन्हां नूं संसार नीवें गिणदा सी, वो सतगुरां दी बख्शिश दे नाल समतल ते आ गए, बराबरी ते आ गए। और जिहड़े हंकार दे भरे हुए सन, टिब्बियां रूप सन, टिब्बे रूप सन, वो गुरु महाराज जी की विचारधारा निर्मल विचारधारा नूं सरवण करके उसनूं जीवन दे विच धारण करके उन्होंने अपना हंकार त्यागया और सतगुरु महाराज जी के चरण कमलों का ओट आसरा लिया, तिन्हां दे चरण पकड़े और वो भी जमीनी धरातल ते आ गए। इस तरह गुरु महाराज जी की विचारधारा ने संसार दे विच मनुखी बराबरी सर्व सांझीवालता का महान वातावरण जो है वो संसार नूं दिता। और गुरु महाराज जी की पवित्र अमृत बाणी जिस दे विच गुरु महाराज जी की पवित्र विचारधारा है सर्व सांझीवालता की और मनुखी बराबरी की, वो संसार नूं सारे संसार नूं चानण दे रही है। और संगतां इस विचारधारा नूं आत्मसात करदियां होइयां इस संसार दे विच मनुखी बराबरी वाला मनुखी हक्कां हकूकां नाल लबरेज जीवन बतीत कर रही ने। सो गुरु प्यारी साध संगत जी, इन्नियां को बेनतियां प्रवान करनियां जी। जय गुरुदेव, धन गुरुदेव।